किताब विपरन की रीत तो सच दा मार्ग भाग 20वां तीजे कांड दा 21वां कांड गायत्री मंत्र मोदी अथवा धौला बलद। लेखक गुरबख्श सिंह काला अफगाना। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। ऊड़ा कथित कल्याणकारी गायत्री मंत्र बारे जो कुछ ब्राह्मण ने आप लिखिया है ਉਸ ਦਾ ਸੰਖੇਪ ਇਸ ਪ੍ਰਕਾਰ ਹੈ। ਨੰਬਰ 1, ਗਾਇਤਰੀ ਮੰਤਰ ਦੇ ਅਰਥ। ਸੂਰਜ ਦੇਵਤਾ ਜੋ ਸਭ ਨੂੰ ਜਿਵਾਉਂਦਾ ਹੈ, ਦੁੱਖਾਂ ਤੋਂ ਛਡਾਉਂਦਾ ਹੈ, ਪ੍ਰਕਾਸ਼ ਰੂਪ ਹੈ, ਬੇਨਤੀ ਕਰਨਯੋਗ ਹੈ, ਜੋ ਪਾਪ ਨਾਸ਼ਕ ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧਿਆਨ ਕਰਦੇ ਹਾਂ। ਅਰਥਾਂ ਤੋਂ ਸਪਸ਼ਟ ਹੈ ਕਿ ਗਾਇਤਰੀ ਮੰਤਰ ਵਿੱਚ ਪਰਮਾਤਮਾ ਦਾ ਜਾਪ ਨਹੀਂ ਹੈ, ਸਗੋਂ ਪਰਮਾਤਮਾ ਦੀ ਕਿਰਤ ਸੂਰਜ ਦੀ ਪੂਜਾ ਹੈ। ਨੰਬਰ 2, ਇਸ ਮੰਤਰ ਪ੍ਰਤੀ ਪੁਰਾਣਾ ਵਿੱਚ ਲਿਖੀ ਗਾਥਾ ਦਾ ਸੰਖੇਪ। ਮਹਾਨ ਕੋਸ਼ ਦੇ 403 ਸਫ਼ੇ ਤੇ ਨੋਟ ਹੈ ਜੋ ਲਗਭਗ ਇਉਂ ਹੈ। ਇੱਕ ਵਾਰੀ ਬ੍ਰਹਮਾ ਜੱਗ ਕਰਨ ਲੱਗਾ ਤਾਂ ਆਪਣੀ ਇਸਤਰੀ ਸਵਿਤਰੀ ਨੂੰ ਬੁਲਾਉਣ ਲਈ ਇੰਦਰ ਨੂੰ ਭੇਜਿਆ, ਕਿਉਂਕਿ ਪਤਨੀ ਤੋਂ ਬਿਨਾਂ ਜੱਗ ਨਹੀਂ ਹੋ ਸਕਦਾ ਸੀ। ਸਵਿਤਰੀ ਨੇ ਜਾਣੋ ਨਾ ਕਰ ਦਿੱਤੀ ਤੇ ਇੰਦਰ ਖਾਲੀ ਮੁੜ ਆਇਆ ਤਾਂ ਬ੍ਰਹਮਾ ਨੇ ਕਿਹਾ ਕਿ ਮੇਰੇ ਲਈ ਹੋਰ ਇਸਤਰੀ ਫੜ ਲਿਆ। ਇੰਦਰ ਨੇ ਮਿੱਤਰ ਲੋਕ ਭਾਵ ਕ੍ਰਿਸ਼ਨ ਜੀ ਦੇ ਲੀਲਾ ਅਸਥਾਨ ਯੂਪੀ ਵਿੱਚੋਂ ਇੱਕ ਗਵਾਲਣ ਗੋਪੀ ਚੁੱਕ ਖੜੀ, ਜਿਸ ਦਾ ਨਾਮ ਗਾਇਤਰੀ ਸੀ। ਬ੍ਰਹਮਾ ਨੇ ਉਸ ਨਾਲ ਗੰਧਰਵ ਵਿਆਹ ਕਰਕੇ ਜੱਗ ਪੂਰਾ ਕੀਤਾ। ਇਹ ਵੀ ਲਿਖਿਆ ਹੈ ਕਿ ਇੱਕ ਵਾਰੀ ਇਸ ਗਾਇਤਰੀ ਨੂੰ ਹੰਕਾਰ ਹੋ ਗਿਆ ਤਾਂ ਬ੍ਰਹਮਾ ਨੇ ਇਸ ਨੂੰ ਗਊ ਬਣਾ ਦਿੱਤਾ। ਗਊ ਹੋਈ ਇਹ ਗਾਇਤਰੀ ਰੱਸਾ ਤੁੜਾ ਕੇ ਜੱਟਾਂ ਦੀ ਪੈਲੀ ਵਿੱਚ ਜਾ ਵੜੀ। ਜਦ ਲੋਧੇ ਜੱਟ ਦਾ ਖੇਤ ਖਾ ਰਹੀ ਸੀ ਤਾਂ ਉਸ ਜੱਟ ਨੇ ਡਾਂਗ ਮਾਰ ਕੇ ਉਸ ਚੋਰ ਗਊ ਦੀ ਇੱਕ ਲੱਤ ਭੰਨ ਦਿੱਤੀ। ਲੱਤ ਤੁੜਵਾ ਕੇ ਲੰਗੜੀ ਹੋ ਚੁੱਕੀ ਆਪਣੀ ਗਊ ਪਤਨੀ ਤੇ ਤਰਸ ਖਾ ਕੇ ਭਗਵਾਨ ਬ੍ਰਹਮਾ ਜੀ ਨੇ ਇਸ ਨੂੰ ਮੰਤਰ ਦਾ ਰੂਪ ਦੇ ਕੇ ਉਸ ਨੂੰ ਉਸ ਦੇ ਗਵਾਲਣ ਵਾਲੇ ਪਹਿਲੇ ਨਾਮ ਤੇ ਗਾਇਤਰੀ ਮੰਤਰ ਬਣਾ ਦਿੱਤਾ, ਜਿਸ ਨੂੰ ਬ੍ਰਾਹਮਣ ਨੇ ਕਲਿਆਣਕਾਰੀ ਥਾਪ ਦਿੱਤਾ। ਬਿਨਾਂ ਆਗਿਆ ਦੇ ਕਿਸੇ ਦੇ ਖੇਤ ਵਿੱਚੋਂ ਚੋਰੀ ਪੱਠੇ ਖਾਂਦੀ ਹੋਈ ਆਪਣੀ ਲੱਤ ਤੁੜਵਾ ਬੈਠੀ ਚੋਰ ਗਊ ਤੋਂ ਬਣੇ ਗਾਇਤਰੀ ਮੰਤਰ ਨੇ ਫਿਰ ਲੋਕਾਂ ਦਾ ਕੀ ਸਵਾਰਨਾ ਹੋਇਆ। ਭਾਵ ਕਿ ਪਾਂਡੇ ਨੇ ਜਿਸ ਮੰਤਰ ਨਾਲ ਅਜਿਹਾ ਘਟੀਆ ਕਿਸਮ ਦਾ ਮਖੌਲ ਜੋੜਿਆ ਹੋਇਆ ਹੋਵੇ, ਉਸ ਪ੍ਰਤੀ ਉਸ ਦੀ ਸ਼ਰਧਾ ਕਿਹੋ ਜਿਹੀ ਬਣਨੀ ਹੈ। ਚੋਰ ਦਾ ਸਿਮਰਨ ਚੋਰ ਹੀ ਬਣਾਉਂਦਾ ਹੈ। ਜੈਸਾ ਸੇਵੈ ਤੈਸੋ ਹੋਏ। ਪੰਨਾ 224। ਗਾਇਤਰੀ ਮੰਤਰ ਦਾ ਹੋਰ ਜ਼ਿਕਰ ਗੁਰਬਾਣੀ ਵਿੱਚ ਇਸ ਪ੍ਰਕਾਰ ਹੈ। ਤ੍ਰੈ ਗੁਣ ਧਾਤ ਬਹੁ ਕਰਮ ਕਮਾਵੈ, ਹਰ ਰਸ ਸਾਧ ਨ ਆਇਆ, ਸੰਧਿਆ ਤਰਪਣ ਕਰੇ ਗਾਇਤਰੀ, ਬਿਨ ਬੂਝੇ ਦੁੱਖ ਪਾਇਆ। ਪੰਨਾ 603। ਨੋਟ, ਇਹ ਗੁਰਬਾਣੀ ਤੁਕ ਅਗਲੀਆਂ ਦੋ ਤੁਕਾਂ ਸਮੇਤ ਪੁਸਤਕ ਦੇ ਤੀਜੇ ਭਾਗ ਦੇ 6ਵੇਂ ਕਾਂਡ ਵਿੱਚ ਅਰਥਾਂ ਸਮੇਤ ਲਿਖੀ ਹੋਈ ਹੈ। ਮੁਖ ਝੂਠ ਬਿਭੂਖਣ ਸਾਰੰਗ, ਤ੍ਰਹਿਪਾਲ ਤਿਹਾਲ ਵਿਚਾਰੰਗ। ਪੰਨਾ 470। ਭਾਗ ਐੜਾ ਮੋਦੀ ਕੇ ਘਰ। ਦੂਜਾ ਇਸ਼ਟ ਸ਼ਿਵਜੀ ਹੈ। ਹਿੰਦੂ ਜਨਤਾ ਵਿੱਚ ਸ਼ਿਵਜੀ ਦੇ ਕਈ ਰੂਪਾਂ ਦੀ ਬੜੀ ਪੂਜਾ ਕੀਤੀ ਜਾ ਰਹੀ ਹੈ। ਨਾਮਦੇਵ ਜੀ ਨੇ ਮਹਾਦੇਵ ਵਾਂਗ ਸ਼ਿਵ ਜੀ ਦੀ ਉਸ ਪੁਰਾਣਕ ਗਾਥਾ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਉਸੇ ਮੋਦੀ ਦਾ ਕਾਕਾ ਮਾਰ ਦਿੱਤਾ ਸੀ ਜਿਸ ਦੇ ਘਰ ਪ੍ਰਸ਼ਾਦ ਛਕਣ ਗਏ ਸਨ। ਮੋਦੀ ਕੌਣ ਸੀ ਅਤੇ ਸ਼ਿਵ ਜੀ ਦੇ ਕ੍ਰੋਧ ਕਾਰਨ ਸ਼ਹੀਦੀ ਪਾਉਣ ਵਾਲਾ ਉਹ ਮੁੰਡਾ ਕੌਣ ਸੀ? ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਮੋਦੀ ਦਾ ਅਰਥ ਭੰਡਾਰੀ ਲਿਖਿਆ ਹੈ। ਮਹਾਨ ਕੋਸ਼ ਦੇ 998 ਸਫ਼ੇ ਤੇ ਮੋਦੀ ਦੇ ਅਰਥ ਇਸ ਪ੍ਰਕਾਰ ਲਿਖੇ ਹਨ। ਅਦਾ ਕਰਨ ਵਾਲਾ, ਮੋਦੀ, ਕਿਰਪਾਲ, ਮਿਹਰਬਾਨ। ਮੋਦੀ ਕੇ ਘਰ ਖਾਣਾ ਪਾਕਾ, ਵਾਕਾ ਲੜਕਾ ਮਾਰਿਆ ਥਾ। ਕਿਰਪਾਲੂ ਪਾਰਵਤੀ ਦੇ ਘਰ ਜਦੋਂ ਪ੍ਰਸ਼ਾਦ ਤਿਆਰ ਹੋਇਆ ਉਸ ਵੇਲੇ ਸ਼ਿਵ ਨੇ ਲੜਕਾ ਮਾਰ ਦਿੱਤਾ। ਭਾਵ ਰੋਟੀ ਖਵਾਉਣ ਵਾਲਾ ਮੋਦੀ ਸ਼ਿਵ ਜੀ ਦੀ ਆਪਣੀ ਪਤਨੀ ਪਾਰਵਤੀ ਹੀ ਸੀ। ਕਿ ਪਾਰਵਤੀ ਦਾ ਕਾਕਾ ਸ਼ਿਵ ਜੀ ਦਾ ਪੁੱਤਰ ਨਹੀਂ ਸੀ? ਕਿ ਸ਼ਿਵ ਜੀ ਨੇ ਆਪਣਾ ਕਾਕਾ ਹੀ ਮਾਰ ਮੁਕਾਇਆ ਸੀ? ਪਰ ਕਿਸ ਕਾਰਨ? ਜਿਸ ਲੜਕੇ ਨੂੰ ਸ਼ਿਵ ਨੇ ਮਾਰ ਦਿੱਤਾ ਸੀ
ਉਸ ਦੀ ਗਾਥਾ ਮਹਾਨ ਕੋਸ਼ ਦੇ 394 ਸਫ਼ੇ ਤੇ ਇਸ ਪ੍ਰਕਾਰ ਲਿਖੀ ਹੈ। ਪਾਰਵਤੀ ਨੇ ਆਪਣੇ ਸਰੀਰ ਦੀ ਮੈਲ ਤੋਂ ਇੱਕ ਬਾਲਕ ਬਣਾ ਕੇ ਦਰਵਾਜ਼ੇ ਤੇ ਪਹਿਰੇ ਲਈ ਬਿਠਾਇਆ। ਸ਼ਿਵ ਨੇ ਰੋਟੀ ਖਾਣ ਆਉਣਾ ਸੀ। ਜਦ ਸ਼ਿਵ ਆਏ ਤਾਂ ਲੜਕੇ ਨੇ ਅੰਦਰ ਜਾਣੋਂ ਰੋਕਿਆ। ਇਸ ਤੇ ਸ਼ਿਵ ਨੂੰ ਕ੍ਰੋਧ ਆਇਆ ਤੇ ਉਸ ਨੇ ਬਾਲਕ ਦਾ ਸਿਰ ਵੱਢ ਦਿੱਤਾ। ਪਾਰਵਤੀ ਦਾ ਵਿਰਲਾਪ ਸੁਣ ਕੇ ਸ਼ਿਵ ਨੇ ਹਾਥੀ ਦਾ ਸਿਰ ਧੜ ਨਾਲ ਲਿਆ ਜੋੜਿਆ ਅਤੇ ਨਾਉ ਗਣੇਸ਼ ਰੱਖ ਦਿੱਤਾ। ਪਰ ਬ੍ਰਹਮ ਵੈਵਰਤ ਪੁਰਾਣ ਲਿਖਣ ਵਾਲੇ ਬ੍ਰਾਹਮਣ ਨੂੰ ਗਣੇਸ਼ ਦੇ ਪੈਦਾ ਕਰਨ ਦਾ ਇਹ ਢੰਗ ਸ਼ਾਇਦ ਪਸੰਦ ਨਹੀਂ ਆਇਆ। ਉਸ ਨੇ ਲਿਖਿਆ ਹੈ, ਵਿਸ਼ਨੂੰ ਦੇ ਵਰ ਨਾਲ ਪਾਰਵਤੀ ਦੇ ਪੁੱਤਰ ਪੈਦਾ ਹੋਇਆ। ਸਾਰੇ ਦੇਵਤੇ ਬਾਲਕ ਨੂੰ ਦੇਖਣ ਆਏ। ਜਦ ਸਾਰੇ ਦੇਵਤੇ ਦੇਖ ਕੇ ਪ੍ਰਸੰਨ ਹੋਏ ਤਦ ਪਾਰਵਤੀ ਨੇ ਸ਼ਨੀ ਨੂੰ ਬਾਲਕ ਦੇਖਣ ਲਈ ਆਖਿਆ। ਜਦ ਸ਼ਨੀ ਦੀ ਨਜ਼ਰ ਪਈ ਤਦ ਬੱਚੇ ਦਾ ਸਿਰ ਉੱਡ ਗਿਆ। ਪਾਰਵਤੀ ਰੋਣ ਲੱਗੀ। ਵਿਸ਼ਨੂੰ ਨੇ ਇੱਕ ਹਾਥੀ ਦਾ ਸਿਰ ਵੱਢ ਕੇ ਬਾਲਕ ਦੇ ਧੜ ਨਾਲ ਜੋੜ ਦਿੱਤਾ ਅਤੇ ਨਾਉ ਗਣੇਸ਼ ਥਾਪ ਕੇ ਕਿਹਾ ਕਿ ਸਾਰੇ ਕਾਰਜਾਂ ਦੇ ਆਦਿ ਵਿੱਚ ਇਸ ਦਾ ਪੂਜਨ ਕਰੋ। ਇਸ ਗਾਥਾ ਨਾਲ ਇੱਕ ਤਾਂ ਸ਼ਨੀਵਾਰ ਨੂੰ ਸ਼ਨੀ ਦੀ ਭਿਆਨਕ ਕਰੋਪੀ ਦਾ ਡਰ ਦੇ ਕੇ ਲੋਕਾਂ ਕੋਲੋਂ ਮਨ ਮਰਜ਼ੀ ਅਨੁਸਾਰ ਦਾਨ ਲੁੱਟ ਕਰਨੀ ਅਤੇ ਠੱਗੀਆਂ ਮਾਰਨੀਆਂ ਸਹਿਲ ਹੋ ਗਈਆਂ। ਦੂਜਾ, ਗਣੇਸ਼ ਦੇਵਤਾ ਇੱਕ ਹੋਰ ਬਣਾ ਲਿਆ ਗਿਆ, ਜਿਸ ਦੀ ਸਹਾਇਤਾ ਨਾਲ ਮਾਇਆ ਦੀ ਆਮਦਨ ਹੋਰ ਵਧਾ ਲਈ। ਕੰਮ ਆਰੰਭ ਕਰਨ ਤੋਂ ਪਹਿਲਾਂ ਕਰੋ ਜੀ ਸ੍ਰੀ ਗਣੇਸ਼। ਇਹ ਬ੍ਰਾਹਮਣੀ ਮੰਤਰ ਤਾਂ ਕਈ ਸਿੱਖਾਂ ਦੇ ਮੂੰਹ ਵੀ ਚੜਿਆ ਹੋਇਆ ਹੈ। ਭਾਗ ਈੜੀ ਧੌਲਾ ਬਲਦ। ਭਗਤ ਨਾਮਦੇਵ ਜੀ ਦਾ ਸ਼ਿਵ ਨੂੰ ਧੌਲੇ ਬਲਦ ਤੇ ਚੜਿਆ ਲਿਖਣ ਵਿੱਚ ਕੀ ਭੇਦ ਹੈ? ਕਈ ਦੇਵਤਿਆਂ ਨੂੰ ਕੁੱਤੇ, ਗਧੇ, ਸੂਰ ਆਦਿ ਦੀ ਸਵਾਰੀ ਮਿਲੀ ਹੋਈ ਹੈ। ਫਿਰ ਮਹਾਦੇਵ ਦੇ ਹੀ ਪੁੱਤਰ ਸ੍ਰੀ ਗਣੇਸ਼ ਜੀ ਨੂੰ ਸਿਰ ਤਾਂ ਹਾਥੀ ਦਾ ਲਾਇਆ ਸੀ, ਪਰ ਉਸ ਗਰੀਬ ਨੂੰ ਸਵਾਰੀ ਚੂਹੇ ਦੀ ਦਿੱਤੀ ਹੈ। ਇੱਧਰ ਸ਼ਿਵ ਜੀ ਨੂੰ ਸਗੋਂ ਗਊ ਮਾਤਾ ਦਾ ਜਾਇਆ ਸੁੰਦਰ ਬਲਦ ਸਵਾਰੀ ਲਈ ਦਿੱਤਾ ਹੋਇਆ ਹੈ। ਕਿ ਭਗਤ ਨਾਮਦੇਵ ਜੀ ਨੂੰ ਗਊ ਦੇ ਜਾਏ ਤੇ ਚੜ੍ਹਾ ਦੇਣ ਵਿੱਚ ਬ੍ਰਾਹਮਣ ਦੀ ਅਸ਼ਰਧਾ ਨਜ਼ਰ ਆਈ ਹੈ ਕਿ ਜਾਂ ਕੋਈ ਹੋਰ ਗੁੱਝਾ ਭੇਦ ਹੈ? ਨਾਮਦੇਵ ਜੀ ਨੇ ਖਾਸ ਤੌਰ ਤੇ ਸ਼ਿਵ ਜੀ ਨੂੰ ਬਲਦ ਉੱਤੇ ਚੜ੍ਹਿਆ ਦੇਖਣ ਦਾ ਜ਼ਿਕਰ ਕਿਸ ਕਾਰਨ ਕੀਤਾ? ਗਾਇਤਰੀ ਵਾਂਗ ਹੀ ਜ਼ਰੂਰ ਕੋਈ ਬੜੀ ਸਪਸ਼ਟ ਬੇਅਦਬੀ ਵਾਲੀ ਗਾਥਾ ਹੋਣੀ ਹੈ। ਇਸ ਉਤਸੁਕਤਾ ਨੂੰ ਦੂਰ ਕਰਨ ਲਈ ਪੁਰਾਣਾਂ ਦੀ ਘੋਖ ਕੀਤੀ। ਪੁਰਾਣਕ ਗਾਥਾ ਵਿੱਚ ਬ੍ਰਾਹਮਣ ਨੇ ਇਸ ਬਲਦ ਦੇ ਜਨਮ ਨਾਲ ਵਾਕਿਆ ਹੀ ਬੜੀ ਅਜੀਬ ਕਹਾਣੀ ਜੋੜ ਕੇ ਇਸ ਦਾ ਵੀ ਖੂਬ ਮੌਜੂ ਉਡਾਇਆ ਹੋਇਆ ਹੈ। ਮਹਾਨ ਕੋਸ਼ ਦੇ 320 ਸਫ਼ੇ ਤੇ ਲਿਖਿਆ ਹੈ, ਕਾਲਕਾ ਪੁਰਾਣ ਵਿੱਚ ਕਥਾ ਹੈ ਕਿ ਦਕਸ਼ ਦੀ ਕੰਨਿਆ ਸਰਬ ਦੇ ਉਦਰ ਤੋਂ ਕਸ਼ਯਪ ਦੀ ਬੇਟੀ ਅਰੋਹਿਣੀ ਜੰਮੀ। ਅਰੋਹਿਣੀ ਦੇ ਗਰਭ ਤੋਂ ਸੂਰਸੈਨ ਵਸਦੇ ਵੀਰਜ ਕਰਕੇ ਕਾਮਧੇਨ ਇਸਤਰੀ ਦੇ ਗਰਭ ਵਿੱਚੋਂ ਗਊ ਦਾ ਜਨਮ ਹੋਇਆ। ਇੱਕ ਵਸ਼ਈ ਬੇਤਾਲ ਭੂਤ ਕਾਮਧੇਨ ਦੀ ਸੁੰਦਰਤਾ ਦੇਖ ਕੇ ਮੋਹਿਤ ਹੋ ਗਿਆ ਅਤੇ ਬੈਲ ਦਾ ਰੂਪ ਧਾਰ ਕੇ ਉਸਨੇ ਕਾਮਧੇਨ ਨਾਲ ਭੋਗ ਕੀਤਾ, ਜਿਸ ਤੋਂ ਇੱਕ ਵੱਡੇ ਕੱਦ ਦਾ ਬੈਲ ਜਨਮਿਆ ਜੋ ਸ਼ਿਵ ਦਾ ਵਾਹਨ ਹੈ, ਭਾਵ ਸ਼ਿਵ ਦੀ ਸਵਾਰੀ ਬਣਿਆ। ਜਿਸ ਬਲਦ ਦਾ ਪਿਤਾ ਭੂਤ, ਮਾਤਾ ਗਊ ਅਤੇ ਨਾਨੀ ਇਸਤਰੀ ਹੋਵੇ, ਅਜਿਹੀ ਹਰਾਮੀ ਔਲਾਦ ਸ਼ਿਵ ਜਾਂ ਇਸ ਤੋਂ ਵੀ ਵੱਡੇ ਦੇਵਤੇ ਦੀ ਸਵਾਰੀ ਹੋਵੇ, ਉਸ ਪ੍ਰਤੀ ਸ਼ਰਧਾ ਭਾਵਨਾ ਬਣਨੀ ਮੁਸ਼ਕਲ ਹੁੰਦੀ ਹੈ। ਸਾਰੇ ਸੰਸਾਰ ਦੇ ਲੋਕਾਂ ਨੇ ਰਮਾਇਣ ਅਤੇ ਮਹਾਭਾਰਤ ਮੂਵੀਆਂ ਟੀਵੀ ਤੇ ਵੇਖੀਆਂ ਹਨ। ਉਹਨਾਂ ਵਿੱਚ ਕਥਿਤ ਭਗਵਾਨ ਬ੍ਰਹਮਾ ਸਮੇਤ ਸਾਰੇ ਦੇਵਤੇ ਕਹਾਣੀ ਦੇ ਹਰ ਮੋੜ ਤੇ ਪ੍ਰਗਟ ਹੋਏ ਕਈ ਤਰ੍ਹਾਂ ਦੇ ਵਰ ਸਰਾਪ ਦਿੰਦੇ ਦੇਖਣ ਵਿੱਚ ਆਉਂਦੇ ਹਨ। ਜਿਸ ਢੰਗ ਨਾਲ ਇਹ ਸਭ ਕੁਝ ਵਾਪਰਦਾ ਦਰਸਾਇਆ ਹੈ, ਉਸ ਤੋਂ ਲੋਕਾਂ ਦਾ ਵਿਸ਼ਵਾਸ ਬਣ ਜਾਂਦਾ ਹੈ ਕਿ ਸਤਯੁਗ ਤੋਂ ਲੈ ਕੇ ਹਰ ਯੁੱਗ ਵਿੱਚ ਜਦੋਂ ਵੀ ਅਤੇ ਜਿੱਥੇ ਵੀ ਬ੍ਰਹਮਾ, ਵਿਸ਼ਨੂੰ, ਮਹੇਸ਼ ਜਿਸ ਦੇਵਤੇ ਨੂੰ ਯਾਦ ਕੀਤਾ ਜਾਂਦਾ ਹੈ, ਉਹ ਪ੍ਰਗਟ ਹੋ ਕੇ ਆਪਣੇ ਭਗਤ ਦੀ ਬੇਨਤੀ ਸੁਣਦਾ ਹੈ ਅਤੇ ਯੋਗ ਸਹਾਇਤਾ ਜ਼ਰੂਰ ਕਰਦਾ ਹੈ। ਪਰ ਪਿੱਛੇ ਧਰਤੀ ਮਾਤਾ ਦੀ ਪੁਕਾਰ ਲੇਖ ਵਿੱਚ ਪਾਠਕਾਂ ਨੇ ਪੜ੍ਹਿਆ ਹੈ ਕਿ ਹਿੰਦੂ ਧਰਮ ਤੇ ਬੇਅੰਤ ਤਰ੍ਹਾਂ ਨਾਲ ਜ਼ੁਲਮੀ ਕਹਿਰ ਵਰਤਿਆ, ਪਰ ਕਦੇ ਕਿਸੇ ਵੀ ਦੇਵਤੇ ਨੇ ਦੇਸ਼ ਵਾਸੀਆਂ ਦੀ ਕੋਈ ਪੁਕਾਰ ਨਹੀਂ ਸੁਣੀ। ਕਦੇ ਕੋਈ ਦੇਵਤਾ ਕਿਸੇ ਦੁਖਿਆਰੇ ਦੀ ਸਹਾਇਤਾ ਲਈ ਨਹੀਂ ਆਇਆ। ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਬ੍ਰਹਮਾ ਦੀ ਉਮਰ ਕਈ ਕਰੋੜ ਵਰ੍ਹੇ ਲਿਖੀ ਹੈ। ਭਾਗਵਤ ਪੁਰਾਣ ਦੇ ਲਖਾਰੀ ਨੇ ਭਗਵਾਨ ਵਿਸ਼ਨੂੰ ਅਤੇ ਸ਼ਿਵ ਪੁਰਾਣ ਵਾਲੇ ਨੇ ਭਗਵਾਨ ਮਹਾਸ਼ਿਵ ਨੂੰ ਅਮਰ ਲਿਖਿਆ।
ਏਡੀ ਲੰਬੀ ਉਮਰ ਵਾਲਾ ਬ੍ਰਹਮਾ ਅਥਵਾ ਅਮਰਾ ਪਦ ਵਾਲਾ ਵਿਸ਼ਨੂੰ, ਸ਼ਿਵ, ਦੁਰਗਾ ਆਦਿ ਦੇਵੀ ਦੇਵਤੇ ਜਿਹੜੇ ਰਾਮਾਇਣ ਅਤੇ ਮਹਾਭਾਰਤ ਦੇ ਸਮਿਆਂ ਵਿੱਚ ਝੱਟ ਪ੍ਰਗਟ ਹੁੰਦੇ ਦਰਸਾਏ ਹੋਏ ਹਨ, ਭਾਰਤ ਤੇ ਕੀਤੇ ਜ਼ੁਲਮ ਅਥਵਾ ਲਗਾਤਾਰ ਪੈ ਰਹੀਆਂ ਮੁਸੀਬਤਾਂ ਸਮੇਂ ਉਹ ਕਥਿਤ ਮਹਾਨ ਦੇਵਤੇ ਕਿੱਧਰ ਚਲੇ ਗਏ ਸਨ। ਸ੍ਰਿਸ਼ਟੀ ਦਾ ਕਰਤਾ, ਬ੍ਰਾਹਮਣ ਨੂੰ ਆਪਣੇ ਮੂੰਹ ਵਿੱਚੋਂ ਪੈਦਾ ਕਰਨ ਵਾਲਾ, ਸਾਰੇ ਜੀਵਾਂ ਦਾ ਪਿਤਾ ਭਗਵਾਨ ਬ੍ਰਹਮਾ ਵੀ ਭਾਰਤ ਵਾਸੀ ਆਪਣੇ ਸਕੇ ਪੁੱਤਰਾਂ ਦੀ ਸਹਾਇਤਾ ਲਈ ਕਿਸ ਕਾਰਨ ਕਦੇ ਨਹੀਂ ਬੋੜਿਆ। ਉਸ ਦੀ ਕਰੋੜਾਂ ਸਾਲ ਵਾਲੀ ਉਮਰ ਦੀ ਗੱਲ ਦਾ ਕੀ ਬਣਿਆ? ਕੀ ਵਾਕਿਆ ਹੀ ਦੇਵਤੇ ਅਮਰ ਹਨ? ਕੀ ਇਹ ਸਾਰਾ ਪ੍ਰਹੋਤਵਾਦੀ ਮਾਇਆ ਜਾਲ ਹੀ ਤਾਂ ਨਹੀਂ ਹੈ? ਆਓ ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਚਨ ਧਿਆਨ ਨਾਲ ਸੁਣ ਕੇ ਵਿਚਾਰੀਏ। ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ, ਬ੍ਰਹਮ ਕਮਲ ਪਇਆਲ ਨ ਪਾਇਆ, ਆਗਿਆ ਨਹੀਂ ਲੀਨੀ ਭਰਮ ਭੁਲਾਇਆ, ਜੋ ਉਪਜੈ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ। ਰਹਾਉ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋੜੇ ਬਿਨ ਗੁਰ ਕੀ ਸੇਵਾ, ਉਹ ਅਬਨਾਸ਼ੀ ਅਲਖ ਅਪੇਵਾ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋ ਭੂਲੇ ਜਮ ਕਾ ਦੁਖ ਸਹਿਣਾ, ਮੈਂ ਧਰ ਨਾਮ ਜਿਉ ਰਾਖੋ ਰਹਿਣਾ। ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਸ਼ਾਹ ਮਰੇ ਸੰਚੇ ਮਾਇਆ ਦਾਮ, ਮੈਂ ਧਨ ਦੀਜੇ ਹਰ ਅੰਮ੍ਰਿਤ ਨਾਮ। ਰਈਅਤ ਮਹਿਰ ਮੁਕੱਦਮ ਸਿਕਦਾਰੇ, ਨਿਹਚਲ ਕੋਇ ਨਾ ਦਿਸੈ ਸੰਸਾਰੈ, ਅਫਰਿਓ ਕਾਲ ਕੂੜ ਸਿਰ ਮਾਰੈ। ਨਿਹਚਲ ਏਕ ਸੱਚਾ ਸੱਚ ਸੋਈ, ਜਿਨ ਕਰ ਸਾਜੀ ਤਿਨੇ ਸਭ ਗੋਈ, ਉਹ ਗੁਰਮੁਖ ਜਾਪੇ ਤਾਂ ਪਤ ਹੋਈ, ਕਾਜੀ ਸ਼ੇਖ ਭੇਖ ਫਕੀਰਾ, ਵੱਡੇ ਕਹਾਵੇਂ ਹਉਮੈ ਤਨ ਪੀਰਾ, ਕਾਲ ਨਾ ਛੋੜੈ ਬਿਨ ਸਤਿਗੁਰ ਕੀ ਧੀਰਾ। ਕਾਲ ਜਾਲ ਜਿਹਵਾ ਅਰ ਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ, ਬਿਨ ਸ਼ਬਦੇ ਮੂਠੇ ਦਿਨ ਰਹਿਣੀ। ਹਿਰਦੇ ਸਾਚ ਵਸੇ ਹਰ ਨਾਏ, ਕਾਲ ਨਾ ਜੋ ਸਕੈ ਗੁਣ ਗਾਏ, ਨਾਨਕ ਗੁਰਮੁਖ ਸ਼ਬਦ ਸਮਾਏ। ਪੰਨਾ 227। ਇਸ ਪਾਵਨ ਸ਼ਬਦ ਵਿੱਚ ਸਭ ਤੋਂ ਪਹਿਲਾਂ ਬ੍ਰਹਮਾ ਨੂੰ ਹੀ ਕਾਲ ਚੱਕਰ ਵਿੱਚ ਫਸਿਆ ਖੱਜਲ ਖੁਆਰ ਹੁੰਦਾ ਦਰਸਾ ਕੇ ਉਸ ਪ੍ਰਤੀ ਬਣਿਆ ਸਿਰਜਣਹਾਰ ਵਾਲਾ ਭੁਲੇਖਾ ਖਤਮ ਕੀਤਾ ਹੈ। ਫਿਰ ਹੋਰ ਸਾਰੇ ਦੇਵੀ ਦੇਵਤੇ ਮਨੁੱਖ ਵਾਂਗ ਆਤਮਕ ਮੌਤੇ ਮਰਦੇ ਹੋਣ ਦੇ ਕਾਰਨ ਸੰਸਾਰ ਵਿੱਚ ਜੰਮਦੇ ਮਰਦੇ ਦਰਸਾ ਕੇ ਉਹਨਾਂ ਦੀ ਕਥਿਤ ਦੈਵੀ ਸ਼ਕਤੀ ਬਾਰੇ ਬਣੇ ਭਰਮ ਦੀ ਖੰਡਨਾ ਕੀਤੀ ਹੈ। ਸਤਿਗੁਰਾਂ ਦਾ ਸ਼ਬਦ ਗਿਆਨ ਹੀ ਮਨੁੱਖ ਲਈ ਕਲਿਆਣਕਾਰੀ ਹੈ। ਸਦਾ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਆਪਣੀ ਜੀਵਨ ਜੁਗਤ ਸਵਾਰਨ ਦੇ ਆਹਰ ਵਿੱਚ ਸੁਚੇਤ ਰਹਿਣਾ ਚਾਹੀਦਾ ਹੈ। ਅਗਲੇ ਸ਼ਬਦ ਵਿੱਚ ਵੀ ਸਤਿਗੁਰਾਂ ਨੇ ਸਾਰੇ ਸੰਸਾਰ ਨੂੰ ਰੋਗੀ ਫਰਮਾਨ ਕਰਦਿਆਂ ਬ੍ਰਹਮਾ ਸ਼ਿਵ ਆਦਿ ਕਥਿਤ ਵੱਡੇ ਵੱਡੇ ਦੇਵਤਿਆਂ ਨੂੰ ਸਾਰੇ ਵਿਕਾਰਾਂ ਦਾ ਮੂਲ ਹਉਮੈ ਰੋਗ ਦੇ ਰੋਗੀ ਕਹਿ ਕੇ ਇਹਨਾਂ ਦੀ ਅੱਡਰੀ ਦੈਵੀ ਹਸਤੀ ਦੀ ਹੋਂਦ ਬਾਰੇ ਬਣੇ ਭਰਮ ਦਾ ਭੋਗ ਪਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਤਿਗੁਰ ਮੰਨਣ ਵਾਲੇ ਗੁਰਮੁਖ ਸਿੱਖ ਨੂੰ ਦੇਵੀ ਦੇਵਤਿਆਂ ਦੀ ਕਿਸੇ ਕਰਾਮਾਤੀ ਹੋਣ ਦੇ ਭਰਮ ਵਿੱਚ ਨਹੀਂ ਪੈਣਾ ਚਾਹੀਦਾ। ਪੌਣ ਪਾਣੀ ਬਹਿ ਸੰਤਰ, ਰੋਗੀ ਰੋਗੀ ਧਰਤ ਸੁਭੋਗੀ, ਮਾਤ ਪਿਤਾ ਮਾਇਆ ਦੇਹ, ਸੇ ਰੋਗੀ ਰੋਗੀ ਕੁਟੰਬ ਸੰਜੋਗੀ, ਰੋਗੀ ਬ੍ਰਹਮਾ ਵਿਸ਼ਨ ਸੁਰਿਦਰਾ, ਰੋਗੀ ਸਗਲ ਸੰਸਾਰਾ, ਹਰ ਪਦ ਚੀਨ ਭਏ ਸੇ ਮੁਕਤੇ, ਗੁਰ ਕਾ ਸ਼ਬਦ ਵਿਚਾਰਾ। ਪੰਨਾ 1153। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 20ਵਾਂ, ਤੀਜੇ ਕਾਂਡ ਦਾ 21ਵਾਂ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।